ਸਤਿ ਸ੍ਰੀ ਅਕਾਲ ਦੋਸਤੋ, ਸਵਾਗਤ ਹੈ ਸਾਰਿਆਂ ਦਾ ਇੱਕ ਵਾਰ ਫਿਰ ਚਰਨਜੀਤ ਕਿੱਸੇ ਕਹਾਣੀਆਂ ਚੈਨਲ ਤੇ। ਮੈਂ ਇੱਕ ਵਾਰ ਫਿਰ ਹਾਜ਼ਰ ਹਾਂ ਇੱਕ ਨਵੀਂ ਕਹਾਣੀ ਲੈ ਕੇ। ਆਸ ਕਰਦਾ ਹਾਂ ਕਿ ਤੁਹਾਨੂੰ ਪਸੰਦ ਆਵੇਗੀ। ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਅਤੇ ਲਾਈਕ ਸ਼ੇਅਰ ਵੀ ਕਰ ਲੈਣਾ। ਦੋਸਤੋ, ਅੱਜ ਗੱਲ ਕਰਾਂਗੇ ਪੰਜਾਬ ਦੇ ਬੱਬਰ ਸ਼ੇਰ ਸਰਦਾਰ ਊਧਮ ਸਿੰਘ ਦੀ। ਸਾਰਿਆਂ ਨੇ ਉਹਨਾਂ ਬਾਰੇ ਬਹੁਤ ਕੁਝ ਸੁਣਿਆ ਅਤੇ ਪੜ੍ਹਿਆ ਹੋਵੇਗਾ, ਪਰ ਆਪਾਂ ਸ਼ਹੀਦ ਊਧਮ ਸਿੰਘ ਜੀ ਬਾਰੇ ਅੱਜ ਉਹ ਗੱਲਾਂ ਕਰਾਂਗੇ ਜਿਨ੍ਹਾਂ ਦਾ ਜ਼ਿਕਰ ਬਹੁਤ ਘੱਟ ਕੀਤਾ ਗਿਆ ਹੈ, ਅਤੇ ਨਾਲ ਹੀ ਗੱਲ ਕਰਾਂਗੇ ਉਹ ਕਿਸ ਤਰ੍ਹਾਂ ਕ੍ਰਾਂਤੀਕਾਰੀ ਬਣਦੇ ਅਤੇ ਸ਼ਹੀਦ ਹੁੰਦੇ ਹਨ। ਦੋਸਤੋ, ਉਹਨਾਂ ਦਾ ਜਨਮ 26 ਦਸੰਬਰ 1899 ਨੂੰ ਸੁਨਾਮ ਕਸਬੇ ਵਿੱਚ ਹੁੰਦਾ ਹੈ। ਉਹਨਾਂ ਦੇ ਪਰਿਵਾਰ ਵਿੱਚ ਇੱਕ ਇਹਨਾਂ ਦਾ ਵੱਡਾ ਭਰਾ ਮੁਕਤਾ ਸਿੰਘ ਅਤੇ ਇਹਨਾਂ ਦੇ ਪਿਤਾ ਦਾ ਨਾਮ ਟਹਿਲ ਸਿੰਘ ਤੇ ਮਾਤਾ ਦਾ ਨਾਮ ਹਰਨਾਮ ਕੌਰ ਹੁੰਦਾ ਹੈ। ਇਹ ਇੱਕ ਨਾਰਮਲ ਪਰਿਵਾਰ ਹੈ। ਇਹਨਾਂ ਦੇ ਪਿਤਾ ਜੀ ਉਸ ਟਾਈਮ ਰੇਲਵੇ ਫਾਟਕ ਤੇ ਨੌਕਰੀ ਕਰਿਆ ਕਰਦੇ ਸਨ। ਉਹ ਸਮਾਂ ਕਿਸ ਤਰ੍ਹਾਂ ਦਾ ਸੀ ਸਭ ਨੂੰ ਪਤਾ ਹੈ। ਪੂਰਾ ਦੇਸ਼ ਗੁਲਾਮ ਹੋ ਚੁੱਕਾ ਸੀ ਤੇ ਅੰਗਰੇਜ਼ ਰਾਜ ਸੀ। ਊਧਮ ਸਿੰਘ ਜੀ ਦਾ ਜੀਵਨ ਵੀ ਕਾਫੀ ਮੁਸ਼ਕਲ ਨਾਲ ਭਰਿਆ ਹੋਇਆ ਸੀ। ਇਹ ਗੱਲ ਸ਼ਾਇਦ ਹੀ ਉਹਨਾਂ ਨੂੰ ਵੀ ਪਤਾ ਹੋਵੇ ਕਿ ਆਉਣ ਵਾਲੇ 10 ਤੋਂ 15 ਸਾਲਾਂ ਵਿੱਚ ਕੀ ਵਾਪਰਨ ਵਾਲਾ ਹੈ। ਅਚਾਨਕ ਉਹਨਾਂ ਦੀ ਮਾਤਾ ਜੀ ਦੀ ਮੌਤ ਹੋ ਜਾਂਦੀ ਹੈ 1901 ਵਿੱਚ। ਊਧਮ ਸਿੰਘ ਜੀ ਦੀ ਉਮਰ ਉਦੋਂ 2 ਸਾਲ ਦੀ ਹੋਵੇਗੀ। ਘਰ ਵਿੱਚ ਹੁਣ 3 ਹੀ ਮੈਂਬਰ ਸਨ, ਪਿਤਾ, ਭਰਾ ਅਤੇ ਆਪ ਖੁਦ ਊਧਮ ਸਿੰਘ ਜੀ। ਕੁਝ ਮਹੀਨੇ ਗੁਜ਼ਰੇ ਤੇ ਇਹਨਾਂ ਦੇ ਪਿਤਾ ਜੀ ਨੂੰ ਲੱਗਿਆ ਕਿ ਮੈਂ ਬੱਚਿਆਂ ਦੀ ਸਹੀ ਪਰਵਰਿਸ਼ ਨਹੀਂ ਕਰ ਪਾ ਰਿਹਾ, ਕਿਉਂਕਿ ਘਰ ਵਿੱਚ ਕੋਈ ਹੋਰ ਔਰਤ ਨਹੀਂ ਸੀ। ਉਸ ਕਰਕੇ ਘਰ ਵਿੱਚ ਕਾਫੀ ਪ੍ਰੋਬਲਮਸ, ਮੁਸ਼ਕਲਾਂ ਆ ਰਹੀਆਂ ਸਨ ਤੇ ਨਾ ਹੀ ਇਹਨਾਂ ਦੇ ਪਿਤਾ ਜੀ ਆਪਣੀ ਨੌਕਰੀ ਤੇ ਜਾ ਸਕਦੇ ਸਨ ਬੱਚਿਆਂ ਨੂੰ ਛੱਡ ਕੇ, ਤੇ ਸਹੀ ਦੇਖ ਰੇਖ ਨਹੀਂ ਹੋ ਰਹੀ ਸੀ। ਅਤੇ ਇਹਨਾਂ ਦੇ ਪਿਤਾ ਜੀ ਨੇ ਆਪਣੇ ਭਰਾ ਚੰਚਲ ਸਿੰਘ ਨਾਲ ਗੱਲ ਕੀਤੀ, ਜੋ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਰਹਿ ਰਹੇ ਹੁੰਦੇ ਹਨ। ਉਹਨਾਂ ਆਪਣੇ ਭਰਾ ਚੰਚਲ ਸਿੰਘ ਨੂੰ ਕਿਹਾ ਕਿ ਮੈਂ ਵੀ ਅੰਮ੍ਰਿਤਸਰ ਆ ਜਾਣਾ ਹਾਂ, ਉੱਥੇ ਮੈਂ ਕੋਈ ਨੌਕਰੀ ਕਰ ਲਵਾਂਗਾ ਅਤੇ ਦੋਨੋਂ ਬੱਚੇ ਤੁਹਾਡੇ ਬੱਚਿਆਂ ਨਾਲ ਹੀ ਪੜ੍ਹ ਅਤੇ ਪਲ ਜਾਣਗੇ। ਅਤੇ ਇਸ ਤੋਂ ਬਾਅਦ ਇਹਨਾਂ ਦੇ ਪਿਤਾ ਜੀ ਇਹਨਾਂ ਨੂੰ ਲੈ ਕੇ ਚੰਗੀ ਜ਼ਿੰਦਗੀ ਅਤੇ ਸੋਹਣੇ ਭਵਿੱਖ ਲਈ ਅੰਮ੍ਰਿਤਸਰ ਸਾਹਿਬ ਆ ਜਾਂਦੇ ਹਨ ਤੇ ਆ ਕੇ ਰਹਿਣਾ ਸ਼ੁਰੂ ਕਰ ਦਿੰਦੇ ਹਨ ਊਧਮ ਸਿੰਘ ਜੀ ਦੇ ਚਾਚਾ ਜੀ ਚੰਚਲ ਸਿੰਘ ਹੋਣਾ ਕੋਲ। ਜਿਵੇਂ ਕਿ ਸਭ ਨੂੰ ਪਤਾ ਹੈ ਕਿ ਇੱਕ ਥਾਂ ਤੋਂ ਦੂਜੀ ਥਾਂ ਜਾਣਾ, ਇੱਕ ਨਵੀਂ ਜਗ੍ਹਾ ਤੇ ਜਾ ਕੇ ਰਹਿਣਾ, ਉੱਥੋਂ ਦੇ ਮਾਹੌਲ ਦੇ ਅਕੋਰਡਿੰਗ ਹੋਣਾ ਤੇ ਕਾਫੀ ਸਟਰਗਲ ਵੀ ਕਰਨਾ ਪੈਂਦਾ ਹਰ ਵਿਅਕਤੀ ਨੂੰ, ਜੋ ਸੇਮ ਇਹਨਾਂ ਦੇ ਪਿਤਾ ਜੀ ਨਾਲ ਵੀ ਹੁੰਦਾ ਹੈ ਤੇ ਇਹਨਾਂ ਨਾਲ ਵੀ। ਹਾਲੇ ਅੰਮ੍ਰਿਤਸਰ ਰਹਿੰਦਿਆਂ ਕੁਝ ਸਾਲ ਹੀ ਹੋਏ ਹੁੰਦੇ ਹਨ ਤੇ ਊਧਮ ਸਿੰਘ ਜੀ ਦੇ ਪਿਤਾ ਦੀ ਵੀ ਮੌਤ ਹੋ ਜਾਂਦੀ ਹੈ 1907 ਵਿੱਚ। ਇਹ ਸਭ ਦੋਨਾਂ ਭਰਾਵਾਂ ਲਈ ਸਹਿਣਾ ਬਹੁਤ ਮੁਸ਼ਕਲ ਸੀ। ਮਾਂ ਪਹਿਲਾਂ ਹੀ ਨਹੀਂ ਸਨ ਅਤੇ ਹੁਣ ਪਿਤਾ ਜੀ ਵੀ ਚੱਲ ਵਸੇ। ਇਹ ਸਦਮਾ ਬੱਚਿਆਂ ਲਈ ਬਹੁਤ ਵੱਡਾ ਹੁੰਦਾ ਹੈ। ਇਸ ਤੋਂ ਬਾਅਦ ਸਿਰਫ ਚਾਚਾ ਜੀ ਹੀ ਸੀ ਜਿਸ ਨੇ ਇਹਨਾਂ ਦੋਨਾਂ ਭਰਾਵਾਂ ਦੀ ਦੇਖ ਰੇਖ ਕਰਨੀ ਹੁੰਦੀ ਹੈ ਅਤੇ ਉਹਨਾਂ ਦਾ ਆਪਣਾ ਪਰਿਵਾਰ ਵੀ ਸੀ। ਉਹ ਵੀ ਇੱਕ ਛੋਟੀ ਮੋਟੀ ਨੌਕਰੀ ਹੀ ਕਰਦੇ ਸਨ। ਥੋੜੇ ਦਿਨਾਂ 'ਚ ਹੀ ਉਹਨਾਂ ਨੂੰ ਲੱਗਣ ਲੱਗਦਾ ਕਿ ਮੇਰੇ ਇਕੱਲੇ ਦੀ ਕਮਾਈ ਨਾਲ ਘਰ ਦਾ ਗੁਜ਼ਾਰਾ ਮੁਸ਼ਕਲ ਹੋ ਗਿਆ ਹੈ ਜਾਂ ਮੁਸ਼ਕਲ ਹੋ ਜਾਵੇਗਾ, ਅਤੇ ਉਹ ਊਧਮ ਸਿੰਘ ਜੀ ਨੂੰ ਅਤੇ ਇਹਨਾਂ ਦੇ ਭਰਾ ਨੂੰ ਪੁਤਲੀ ਘਰ ਚੀਫ ਖਾਲਸਾ ਦੀਵਾਨ ਯਤੀਮਖਾਨੇ ਛੱਡ ਆਉਂਦੇ ਹਨ। ਉੱਥੇ ਹੀ ਊਧਮ ਸਿੰਘ ਜੀ ਅਤੇ ਇਹਨਾਂ ਦੇ ਭਰਾ ਰਹਿਣਾ ਸ਼ੁਰੂ ਕਰਦੇ ਹਨ। ਆਪਣਾ ਬਚਪਨ ਤੇ ਮੁੱਢਲੀ ਪੜ੍ਹਾਈ ਉੱਥੋਂ ਹੀ ਸ਼ੁਰੂ ਕੀਤੀ। ਸਮਾਂ ਲੰਘਦਾ ਗਿਆ, ਜ਼ਿੰਦਗੀ ਵੀ ਚੱਲਦੀ ਗਈ। ਊਧਮ ਸਿੰਘ ਜੀ 10ਵੀਂ ਕਲਾਸ ਵਿੱਚ ਪੜ੍ਹਦੇ ਸਨ। ਫਾਈਨਲ ਪ੍ਰੀਖਿਆ ਹੋ ਚੁੱਕੀ ਹੁੰਦੀ ਹੈ ਤੇ ਰਿਜ਼ਲਟ ਆਉਣਾ ਬਾਕੀ ਹੁੰਦਾ ਹੈ। ਉਹਨਾਂ ਦਿਨਾਂ ਵਿੱਚ ਹੀ ਇਹਨਾਂ ਦੇ ਵੱਡੇ ਭਰਾ ਦੀ ਮੌਤ ਹੋ ਜਾਂਦੀ ਹੈ, ਮੁਕਤਾ ਸਿੰਘ ਦੀ। ਉਹ ਵੀ ਇਸ ਦੁਨੀਆ ਨੂੰ ਅਲਵਿਦਾ ਕਹਿ ਜਾਂਦੇ ਹਨ ਅਤੇ ਹੁਣ ਊਧਮ ਸਿੰਘ ਜੀ ਆਪਣੀ ਜ਼ਿੰਦਗੀ ਵਿੱਚ ਇਕੱਲੇ ਰਹਿ ਗਏ ਸਨ। ਯਤੀਮਖਾਨੇ ਦੇ ਮੁਖੀ ਭਾਈ ਵੀਰ ਸਿੰਘ ਨੇ ਇਹਨਾਂ ਨੂੰ ਸਾਂਭਿਆ ਤੇ ਹੌਸਲਾ ਦਿੱਤਾ। ਪੁਤਲੀ ਘਰ ਆਉਣ ਤੋਂ ਬਾਅਦ ਹੀ ਇਹਨਾਂ ਦਾ ਨਾਮ ਊਧਮ ਸਿੰਘ ਰੱਖਿਆ ਗਿਆ ਅਤੇ ਇਹਨਾਂ ਦੇ ਭਰਾ ਦਾ ਨਾਮ ਸਾਧੂ ਸਿੰਘ। ਬਚਪਨ ਵਿੱਚ ਪਰਿਵਾਰ ਨੇ ਊਧਮ ਸਿੰਘ ਜੀ ਦਾ ਪਹਿਲਾ ਨਾਮ ਸ਼ੇਰ ਸਿੰਘ ਰੱਖਿਆ ਸੀ ਤੇ ਇਹਨਾਂ ਦੇ ਭਰਾ ਦਾ ਨਾਮ ਮੁਕਤਾ ਸਿੰਘ ਸੀ, ਜੋ ਹੁਣ ਮੁਕਤਾ ਸਿੰਘ ਤੋਂ ਸਾਧੂ ਸਿੰਘ ਹੋ ਚੁੱਕਾ ਸੀ ਅਤੇ ਸ਼ੇਰ ਸਿੰਘ ਤੋਂ ਊਧਮ ਸਿੰਘ। ਇਹ ਨਾਮ ਪੁਤਲੀ ਘਰ ਚੀਫ ਖਾਲਸਾ ਦੀਵਾਨ ਸਕੂਲ ਵਿੱਚ ਪੜ੍ਹਦੇ ਸਮੇਂ ਰੱਖ ਦਿੱਤੇ ਗਏ ਸਨ। ਇਹਨਾਂ ਦਾ ਬਚਪਨ ਤੋਂ ਲੈ ਕੇ 17 ਸਾਲ ਦੀ ਉਮਰ ਤੱਕ ਦਾ ਜੀਵਨ ਕਾਫੀ ਉਤਲ-ਪੁਤਲ ਵਾਲਾ ਸੀ, ਯਾਨੀ ਬਹੁਤ ਮੁਸ਼ਕਿਲਾਂ ਵਾਲਾ।
ਅਤੇ ਇਸ ਤੋਂ ਬਾਅਦ 10ਵੀਂ ਕਲਾਸ ਪਾਸ ਕਰਨ ਤੋਂ ਪਿੱਛੋਂ ਬ੍ਰਿਟਿਸ਼ ਆਰਮੀ ਜੁਆਇਨ ਕਰ ਲੈਂਦੇ ਹਨ ਅਤੇ ਪਹਿਲੇ ਵਿਸ਼ਵ ਯੁੱਧ ਦੌਰਾਨ ਭਾਰਤ ਤੋਂ ਬਾਹਰ ਵਿਦੇਸ਼ਾਂ ਵਿੱਚ ਹੀ ਰਹਿੰਦੇ ਹਨ। 2 ਸਾਲ ਲਾਉਣ ਤੋਂ ਬਾਅਦ ਊਧਮ ਸਿੰਘ ਜੀ 1919 ਵਿੱਚ ਜਨਵਰੀ ਮਹੀਨੇ ਵਿਦੇਸ਼ ਵਿੱਚੋਂ ਵਾਪਸ ਪੰਜਾਬ ਆ ਜਾਂਦੇ ਹਨ ਅਤੇ ਉਦੋਂ ਹੀ ਇਹਨਾਂ ਦੀ ਜ਼ਿੰਦਗੀ ਬਦਲ ਜਾਂਦੀ ਹੈ। ਇੱਕ ਟਰਨਿੰਗ ਪੁਆਇੰਟ ਆਉਂਦਾ ਹੈ, ਯਾਨੀ ਇਹ ਕ੍ਰਾਂਤੀਕਾਰੀ ਬਣ ਜਾਂਦੇ ਹਨ ਅਤੇ ਅੰਗਰੇਜ਼ਾਂ ਨਾਲ ਲੜਦੇ ਆਜ਼ਾਦੀ ਦੀ ਲੜਾਈ। ਚਲੋ ਪੂਰੀ ਤਰ੍ਹਾਂ ਜਾਣਦੇ ਹਾਂ ਕਿ ਊਧਮ ਸਿੰਘ ਜੀ ਕਿਸ ਤਰ੍ਹਾਂ ਕ੍ਰਾਂਤੀਕਾਰੀ ਬਣਦੇ ਹਨ। ਕਿਹਾ ਇਹ ਵੀ ਜਾਂਦਾ ਹੈ ਕਿ ਜਦੋਂ ਜਲਿਆਂਵਾਲੇ ਬਾਗ ਵਿੱਚ ਗੋਲੀकांड ਹੋਇਆ ਸੀ, ਉਸ ਟਾਈਮ ਊਧਮ ਸਿੰਘ ਜੀ ਜਲਿਆਂਵਾਲੇ ਬਾਗ ਵਿੱਚ ਹੀ ਸੀ। ਉਹਨਾਂ ਨੇ ਅੰਗਰੇਜ਼ਾਂ ਦਾ ਉਹ ਭੈੜਾ ਰੂਪ ਦੇਖ ਲਿਆ ਸੀ ਕਿ ਉਹ ਕਿੰਨਾ ਅਤਿਆਚਾਰ ਕਰਦੇ ਹਨ ਆਮ ਲੋਕਾਂ ਉੱਪਰ। ਪਰ ਇਹ ਗੱਲ ਤੇ ਅਲੱਗ-ਅਲੱਗ ਕਹਾਣੀਆਂ ਵੀ ਮਿਲਦੀਆਂ ਹਨ। ਕੁਝ ਵਿੱਚ ਇਹ ਕਿਹਾ ਗਿਆ ਹੈ ਕਿ ਊਧਮ ਸਿੰਘ ਗੋਲੀकांड ਵੇਲੇ ਜਲਿਆਂਵਾਲੇ ਬਾਗ ਦੇ ਅੰਦਰ ਹੀ ਮੌਜੂਦ ਸਨ ਅਤੇ ਜ਼ਖਮੀ ਹਾਲਾਤ ਵਿੱਚ ਲਾਸ਼ਾਂ ਦੇ ਥੱਲੇ ਪਏ ਰਹਿੰਦੇ ਹਨ ਪੂਰੀ ਰਾਤ ਅਤੇ ਸਵੇਰ ਉੱਠ ਕੇ ਸਾਰਾ ਹਾਲ ਦੇਖ ਕੇ ਸਹੁੰ ਖਾ ਲੈਂਦੇ ਹਨ ਕਿ ਮੈਂ ਇਸ ਕਤਲੇਆਮ ਦਾ ਬਦਲਾ ਅੰਗਰੇਜ਼ਾਂ ਤੋਂ ਲਵਾਂਗਾ। ਅਤੇ ਦੂਜੀ ਕਹਾਣੀ ਵਿੱਚ ਇਹ ਕਿਹਾ ਗਿਆ ਹੈ ਕਿ ਉਹ ਜਲਿਆਂਵਾਲੇ ਬਾਗ ਦੇ ਬਾਹਰ ਛਬੀਲ ਲਗਾ ਕੇ ਪਾਣੀ ਵਰਤਾ ਰਹੇ ਹੁੰਦੇ ਹਨ। ਉਹ ਛਬੀਲ ਚੀਫ ਖਾਲਸਾ ਦੀਵਾਨ ਸਕੂਲ ਵੱਲੋਂ ਹਰ ਸਾਲ ਲਗਾਈ ਜਾਂਦੀ ਅਤੇ ਉਹ ਸਕੂਲ ਦੇ ਬੱਚੇ ਆਉਣ ਜਾਣ ਵਾਲੀ ਸੰਗਤ ਨੂੰ ਪਾਣੀ ਦੀ ਸੇਵਾ ਕਰਦੇ ਹੁੰਦੇ ਹਨ ਤੇ ਇਸੇ ਸਾਲ ਵੀ ਸਕੂਲ ਵੱਲੋਂ ਹੀ ਇਹ ਸੇਵਾ ਨਿਭਾਈ ਜਾ ਰਹੀ ਸੀ ਤੇ ਊਧਮ ਸਿੰਘ ਜੀ ਵੀ ਬੱਚਿਆਂ ਨਾਲ ਉੱਥੇ ਹੀ ਸੇਵਾ ਕਰ ਰਹੇ ਸਨ। ਅਤੇ ਗੋਲੀकांड ਤੋਂ ਬਾਅਦ ਜਦੋਂ ਊਧਮ ਸਿੰਘ ਜੀ ਨੇ ਬਜ਼ੁਰਗਾਂ, ਬੀਬੀਆਂ ਅਤੇ ਛੋਟੇ ਬੱਚਿਆਂ ਦੀਆਂ ਲਾਸ਼ਾਂ ਦੇਖੀਆਂ, ਉੱਥੇ ਹੀ ਔਰਤਾਂ ਬੀਬੀਆਂ ਆਪਣੇ ਬੱਚਿਆਂ ਨੂੰ ਪਛਾਣਦੀਆਂ ਲੱਭਦੀਆਂ ਫਿਰਦੀਆਂ ਹੁੰਦੀਆਂ ਹਨ ਅਤੇ ਬਹੁਤ ਲੋਕ ਜ਼ਖਮੀ ਹੋਏ ਪਏ ਤੜਫ ਮਰੀ ਜਾ ਰਹੇ ਹੁੰਦੇ ਹਨ। ਉਸ ਟਾਈਮ ਜਲਿਆਂਵਾਲੇ ਬਾਗ ਵਿੱਚ 15 ਤੋਂ 20 ਹਜ਼ਾਰ ਲੋਕ ਇਕੱਠੇ ਹੋਏ ਸਨ। ਉਹਨਾਂ ਨੇ ਇਹ ਸਾਰਾ ਘਟਨਾਕ੍ਰਮ ਦੇਖਿਆ ਅਤੇ ਮਨ ਵਿੱਚ ਬਹੁਤ ਗੁੱਸਾ ਆਇਆ ਅਤੇ ਉਹਨਾਂ ਨੇ ਸ੍ਰੀ ਹਰਿਮੰਦਰ ਸਾਹਿਬ ਜਾ ਕੇ ਸਹੁੰ ਖਾ ਲਈ ਕਿ ਮੈਂ ਗੋਰੀ ਸਰਕਾਰ ਤੋਂ ਬਦਲਾ ਲਵਾਂਗਾ ਹਰ ਹਾਲ ਵਿੱਚ। ਖੈਰ ਗੱਲ ਕੋਈ ਵੀ ਰਹੀ ਹੋਵੇ, ਪਰ ਜਲਿਆਂਵਾਲੇ ਬਾਗ ਦੀ ਘਟਨਾ ਦਾ ਬਹੁਤ ਵੱਡਾ ਰੋਲ ਸੀ ਊਧਮ ਸਿੰਘ ਜੀ ਦੇ ਕ੍ਰਾਂਤੀਕਾਰੀ ਬਣਨ ਤੇ। ਵੈਸੇ ਇਹ ਕਹਿਣਾ ਵੀ ਠੀਕ ਨਹੀਂ ਹੋਵੇਗਾ ਕਿ ਊਧਮ ਸਿੰਘ ਜੀ ਨੇ ਸਿਰਫ ਜਲਿਆਂਵਾਲੇ ਬਾਗ ਦਾ ਬਦਲਾ ਲੈਣ ਲਈ ਹੀ ਕ੍ਰਾਂਤੀਕਾਰੀ ਬਣੇ। ਕ੍ਰਾਂਤੀਕਾਰੀ ਬਣਨ ਪਿੱਛੇ ਹੋਰ ਵੀ ਬਹੁਤ ਸਾਰੇ ਕਾਰਨ ਸਨ, ਜਿਵੇਂ ਪਹਿਲੇ ਵਿਸ਼ਵ ਯੁੱਧ ਦੇ ਟਾਈਮ ਅੰਗਰੇਜ਼ਾਂ ਵੱਲੋਂ ਇਹ ਕਿਹਾ ਗਿਆ ਹੁੰਦਾ ਹੈ ਕਿ ਅਗਰ ਕੋਈ ਵੀ ਨੌਜਵਾਨ ਆਰਮੀ ਜੁਆਇਨ ਕਰਦਾ ਹੈ ਤਾਂ ਉਸ ਨੂੰ ਸੈਲਰੀ ਤੋਂ ਇਲਾਵਾ ਜ਼ਮੀਨ ਤੇ ਵੱਖਰੇ ਇਨਾਮ ਵੀ ਦਿੱਤੇ ਜਾਣਗੇ ਅਤੇ ਊਧਮ ਸਿੰਘ ਜੀ ਹੁਣਾਂ ਵੀ ਇਹਨਾਂ ਬੈਨੀਫਿਟਸ ਲਈ ਹੀ ਆਰਮੀ ਜੁਆਇਨ ਕੀਤੀ ਸੀ। ਪਰ 2 ਸਾਲ ਆਰਮੀ ਦੀ ਨੌਕਰੀ ਕਰਨ ਤੋਂ ਬਾਅਦ ਵੀ ਇਹਨਾਂ ਕੋਲ ਸਿਰਫ 200 ਰੁਪਏ ਹੀ ਸਨ। ਅੰਗਰੇਜ਼ ਆਪਣੇ ਵਾਅਦੇ ਭੁੱਲ ਗਏ ਸਨ ਜਾਂ ਫਿਰ ਉਹ ਇਸੇ ਤਰ੍ਹਾਂ ਹੀ ਨੌਜਵਾਨਾਂ ਨੂੰ ਲੜਾਈ ਵਿੱਚ ਲੈ ਜਾਂਦੇ ਸਨ। ਜ਼ਮੀਨ ਅਤੇ ਵੱਖਰੇ ਇਨਾਮ ਤਾਂ ਛੱਡੋ, ਪੂਰੀ ਸੈਲਰੀ ਵੀ ਨਹੀਂ ਸੀ ਦਿੰਦੇ। ਇਸ ਗੱਲ ਕਰਕੇ ਵੀ ਊਧਮ ਸਿੰਘ ਜੀ ਨੂੰ ਲੱਗਦਾ ਹੈ ਕਿ ਮੇਰੇ ਨਾਲ ਧੋਖਾ ਹੋਇਆ ਹੈ ਅਤੇ ਇਸੇ ਟਾਈਮ ਤੇ ਗਦਰ ਲਹਿਰ ਪਾਰਟੀ ਦੇ ਕਈ ਲੋਕ ਪੂਰੇ ਪੰਜਾਬ ਵਿੱਚ ਆਜ਼ਾਦੀ ਦੀ ਲੜਾਈ ਲਈ ਲਿਟਰੇਚਰ ਵੰਡ ਰਹੇ ਸਨ ਅਤੇ ਊਧਮ ਸਿੰਘ ਵੀ ਜਲਿਆਂਵਾਲੇ ਬਾਗ ਦੀ ਘਟਨਾ ਨੂੰ ਅਤੇ ਆਪਣੇ ਨਾਲ ਅੰਗਰੇਜ਼ਾਂ ਤੋਂ ਮਿਲੇ ਧੋਖੇ ਦੇ ਗੁੱਸੇ ਵਿੱਚ ਗਦਰ ਪਾਰਟੀ ਲਹਿਰ ਨੂੰ ਜੁਆਇਨ ਕਰ ਲੈਂਦੇ ਹਨ ਅਤੇ ਫਿਰ ਪਿੰਡ ਜਾ ਕੇ ਪਾਰਟੀ ਦਾ ਆਜ਼ਾਦੀ ਲਿਟਰੇਚਰ ਵੰਡਦੇ ਹਨ ਅਤੇ ਪਾਰਟੀ ਦੀ ਕੈਂਪੇਨ ਦੇ ਚੱਲਦੇ ਇਹਨਾਂ ਦੀ ਜਾਣ ਪਹਿਚਾਣ ਹੋਰ ਵੀ ਕਈ ਵੱਡੇ ਕ੍ਰਾਂਤੀਕਾਰਾਂ ਨਾਲ ਹੁੰਦੀ ਹੈ, ਜਿਨ੍ਹਾਂ ਵਿੱਚ ਸੈਫੂਦੀਨ ਕਿਚਲੂ ਤੇ ਮਾਸਟਰ ਮੋਤਾ ਸਿੰਘ ਵੀ ਸ਼ਾਮਲ ਸਨ ਤੇ ਪਾਰਟੀ ਨਾਲ ਕੁਝ ਟਾਈਮ ਕਰਨ ਤੋਂ ਬਾਅਦ ਇਹ ਜੁਗਾਂਡਾ ਚਲੇ ਜਾਂਦੇ ਹਨ। ਜੁਗਾਂਡਾ ਵਿੱਚ ਰੇਲਵੇ ਲਾਈਨ ਵਿਛਾਉਣ ਦਾ ਕੰਮ ਕਰਨ ਲਈ ਜੁਗਾਂਡਾ ਜਾਂਦੇ ਹਨ। ਜੁਗਾਂਡਾ ਜਾ ਕੇ ਵੀ ਗਦਰ ਲਹਿਰ ਪਾਰਟੀ ਦੇ ਲੋਕਾਂ ਨਾਲ ਰਿਸ਼ਤੇ ਹੋਰ ਮਜ਼ਬੂਤ ਹੋ ਜਾਂਦੇ ਹਨ ਅਤੇ ਨਵੇਂ ਕੰਟੈਕਟ ਵੀ ਬਣਦੇ ਹਨ ਅਤੇ ਦੁਬਾਰਾ ਫਿਰ 1922 ਵਿੱਚ ਵਾਪਸ ਪੰਜਾਬ ਆ ਜਾਂਦੇ ਹਨ ਤੇ ਅੰਮ੍ਰਿਤਸਰ ਸਾਹਿਬ ਆ ਕੇ ਆਪਣੀ ਇੱਕ ਦੁਕਾਨ ਖੋਲ੍ਹ ਲੈਂਦੇ ਹਨ, ਜਿੱਥੇ ਆਜ਼ਾਦੀ ਦੀ ਲੜਾਈ ਲੜਨ ਲਈ ਜੋ ਵੀ ਪਲਾਨ ਕਰਨਾ ਹੁੰਦਾ, ਕੋਈ ਮੀਟਿੰਗ ਹੁੰਦੀ ਜਾਂ ਕੋਈ ਸਮਾਨ ਆਉਂਦਾ, ਹਥਿਆਰ ਜਾਂ ਐਮੀਨੇਸ਼ਨ, ਤੇ ਇਹ ਦੁਕਾਨ ਬਹੁਤ ਕੰਮ ਆਉਂਦੀ
ਤੇ ਇੱਥੇ ਹੀ ਹੌਲੀ-ਹੌਲੀ ਕੰਮ ਕਰਦੇ ਸਮੇਂ ਊਧਮ ਸਿੰਘ ਜੀ ਬੱਬਰ ਅਕਾਲੀ ਲਹਿਰ ਦੇ ਸੰਪਰਕ ਵਿੱਚ ਵੀ ਆ ਜਾਂਦੇ ਹਨ ਅਤੇ ਉਹਨਾਂ ਨਾਲ ਵੀ ਕੰਮ ਕਰਦੇ ਹਨ। 1924 ਵਿੱਚ ਭਾਰਤ ਵਿੱਚੋਂ ਨਿਕਲ ਮੈਕਸੀਕੋ ਜਾਂਦੇ ਹਨ ਅਤੇ ਮੈਕਸੀਕੋ ਤੋਂ US ਚਲੇ ਜਾਂਦੇ ਹਨ ਇਨਲੀਗਲੀ ਅਤੇ ਜਾ ਕੇ ਸਨ ਫਰਾਂਸਿਸਕੋ ਸੈਟਲ ਹੋ ਜਾਂਦੇ ਹਨ, ਜਿੱਥੇ ਗਦਰ ਲਹਿਰ ਪਾਰਟੀ ਦਾ ਮੇਨ ਕੇਂਦਰ ਹੁੰਦਾ ਹੈ, ਜਿੱਥੇ ਜਾ ਕੇ ਊਧਮ ਸਿੰਘ ਜੀ ਗਦਰ ਲਹਿਰ ਪਾਰਟੀ ਨਾਲ ਪੂਰੀ ਤਰ੍ਹਾਂ ਜੁੜ ਜਾਂਦੇ ਹਨ। ਉੱਥੇ ਇਹਨਾਂ ਦੀ ਡਿਊਟੀ ਪਾਰਟੀ ਲਈ ਨਵੇਂ ਮੈਂਬਰ ਲੱਭਣੇ ਅਤੇ ਚੰਦਾ ਇਕੱਠਾ ਕਰਨਾ ਹੁੰਦਾ ਹੈ। ਇਸ ਲਈ ਇਹ ਪੂਰਾ ਅਮਰੀਕਾ ਘੁੰਮਦੇ ਹਨ। ਇਹ 3 ਸਾਲ ਅਮਰੀਕਾ ਰਹਿੰਦੇ ਹਨ। ਕਿਹਾ ਜਾਂਦਾ ਹੈ ਕਿ ਉਸੇ ਸਮੇਂ ਦੌਰਾਨ ਇੱਕ ਮੈਕਸੀਕਨ ਲੜਕੀ ਨਾਲ, ਜਿਸ ਦਾ ਨਾਮ ਲੂਪਾ ਹੁੰਦਾ ਹੈ, ਉਸ ਨਾਲ ਵਿਆਹ ਵੀ ਕਰਵਾ ਲੈਂਦੇ ਹਨ ਅਤੇ 2 ਬੱਚੇ ਬੇਟੇ ਹੁੰਦੇ ਹਨ। ਪਰ ਇਸ ਗੱਲ ਦਾ ਪੂਰੀ ਤਰ੍ਹਾਂ ਖੰਡਨ ਕਰ ਦਿੱਤਾ ਜਾਂਦਾ ਹੈ। ਕੁਝ ਕਹਾਣੀਆਂ ਇਹ ਕਹਿੰਦੀਆਂ ਹਨ ਕਿ ਵਿਆਹ ਕਰਵਾ ਲਿਆ ਸੀ ਅਤੇ ਕੁਝ ਕਹਾਣੀਆਂ ਕਹਿੰਦੇ ਹਨ ਕਿ ਊਧਮ ਸਿੰਘ ਜੀ ਨੇ ਸਾਰੀ ਜ਼ਿੰਦਗੀ ਵਿਆਹ ਨਹੀਂ ਕਰਵਾਇਆ, ਅਨਮੈਰਿਡ ਹੀ ਰਹੇ। ਪੱਕੀ ਗੱਲ ਕੋਈ ਵੀ ਨਹੀਂ ਕਹਿ ਸਕਦਾ। ਖੈਰ, ਇਹ 3 ਸਾਲ ਅਮਰੀਕਾ ਰਹਿੰਦੇ ਹਨ। ਸਨ ਫਰਾਂਸਿਸਕੋ, ਸ਼ਿਕਾਗੋ, ਨਿਊਯਾਰਕ ਸ਼ਹਿਰਾਂ ਵਿੱਚ ਨੌਕਰੀ ਵੀ ਕਰਦੇ ਹਨ। ਇਹ ਵੀ ਜਾਣ ਕੇ ਹੈਰਾਨਗੀ ਹੁੰਦੀ ਹੈ ਕਿ ਊਧਮ ਸਿੰਘ ਜੀ ਨੇ 2 ਹਾਲੀਵੁੱਡ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ। ਪਹਿਲੀ ਫਿਲਮ ਦਾ ਨਾਮ ਇਲ ਫੈਨ ਬॉय ਹੁੰਦਾ ਹੈ ਅਤੇ ਦੂਜੀ ਫਿਲਮ ਦਾ ਨਾਮ ਫॉर ਫੈਦਰ ਹੁੰਦਾ ਹੈ। ਇਸ ਤੋਂ ਇਲਾਵਾ ਹਾਵਰਡ ਬੋਟ ਬਿਲਡਿੰਗ ਕੰਪਨੀ ਅਤੇ ਫੋਰਡ ਅਸੈਂਬਲੀ ਲਾਈਨ ਵਿੱਚ ਕੰਮ ਕੀਤਾ ਹੁੰਦਾ ਹੈ। ਕਹਿਣ ਦਾ ਮਤਲਬ ਕਿ ਊਧਮ ਸਿੰਘ ਇਕੱਲੇ ਆਜ਼ਾਦੀ ਲਈ ਹੀ ਨਹੀਂ ਲੜਦੇ, ਬਲਕਿ ਉਹ ਬਹੁਤ ਵਧੀਆ ਕਾਮੇ ਅਤੇ ਕਾਰੀਗਰ ਵੀ ਹੁੰਦੇ ਹਨ। ਅਤੇ ਫਿਰ ਜੁਲਾਈ 1927 ਵਿੱਚ ਫਿਰ ਭਾਰਤ ਵਾਪਸ ਆ ਜਾਂਦੇ ਹਨ, ਗਦਰ ਲਹਿਰ ਪਾਰਟੀ ਨੂੰ ਹੋਰ ਜ਼ਿਆਦਾ ਮਜ਼ਬੂਤ ਕਰਨ ਲਈ ਤੇ ਤੇਜ਼ੀ ਨਾਲ ਕੰਮ ਕਰਨ ਲਈ। ਤੇ ਭਾਰਤ ਵਾਪਸ ਆਉਂਦੇ ਸਮੇਂ ਆਪਣੇ ਨਾਲ ਪਿਸਤੌਲਾਂ, ਰਿਵਾਲਵਰ, ਬੰਬ ਅਤੇ ਐਨੀਮੇਸ਼ਨ ਤੇ ਗਦਰ ਲਹਿਰ ਪਾਰਟੀ ਦੀਆਂ ਕੁਝ ਖੁਫੀਆ ਰਿਪੋਰਟਾਂ ਤੇ ਕੁਝ ਲਿਟਰੇਚਰ, ਜਿਸ ਨੂੰ ਅੰਗਰੇਜ਼ ਰਾਜ ਵਿੱਚ ਦੇਸ਼ ਧਰੋਹੀ ਲਿਟਰੇਚਰ ਮੰਨਿਆ ਜਾਂਦਾ ਸੀ ਤੇ ਕੋਡ ਰੱਖਣ ਵਾਲਾ ਦੇਸ਼ ਧਰੋਹੀ ਮੰਨਿਆ ਜਾਂਦਾ ਸੀ। ਜਿਸ ਲਿਟਰੇਚਰ ਵਿੱਚ ਗਦਰ ਦੀ ਜੰਗ, ਗਦਰ ਦੀ ਦੂਰੀ, ਭਗਤ ਦੀ ਜਾਨ ਤੇ ਗੁਲਾਮੀ ਦਾ ਜ਼ਹਿਰ ਆਦਿ ਲਿਟਰੇਚਰ ਸ਼ਾਮਲ ਹੁੰਦਾ ਹੈ। ਅਤੇ ਕੁਝ ਉਹ ਤਰੀਕੇ ਵੀ ਹੁੰਦੇ ਹਨ ਜਿਨ੍ਹਾਂ ਨਾਲ ਗਦਰ ਲਹਿਰ ਨੇ ਪੰਜਾਬ ਜਾਂ ਭਾਰਤ ਵਿੱਚ ਬਹੁਤ ਤੇਜ਼ੀ ਨਾਲ ਕੰਮ ਕਰਨਾ ਹੁੰਦਾ ਹੈ, ਅੰਗਰੇਜ਼ਾਂ ਨੂੰ ਭਾਰਤ ਵਿੱਚੋਂ ਕੱਢਣ ਲਈ। ਪਰ 13 ਅਗਸਤ 1927 ਵਿੱਚ ਊਧਮ ਸਿੰਘ ਜੀ ਨੂੰ ਗੈਰ ਕਾਨੂੰਨੀ ਹਥਿਆਰ ਰੱਖਣ ਦੇ ਦੋਸ਼ ਵਿੱਚ ਅੰਮ੍ਰਿਤਸਰ ਤੋਂ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਤੇ ਇਹਨਾਂ ਨੂੰ 5 ਸਾਲ ਦੀ ਜੇਲ੍ਹ ਹੋ ਜਾਂਦੀ ਹੈ। ਜੇਲ੍ਹ ਵਿੱਚ ਵੀ ਇਹ ਬਾਕੀ ਕੈਦੀਆਂ ਨੂੰ ਆਜ਼ਾਦੀ ਦੀ ਲੜਾਈ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕਰਦੇ ਹਨ, ਜੋ ਸਫਲ ਵੀ ਰਹਿੰਦੇ ਹਨ। ਪਰ ਇਹ ਸਭ ਕਰਨ ਤੇ ਜੇਲ੍ਹ ਵਿੱਚ ਇਹਨਾਂ ਨਾਲ ਕੁੱਟਮਾਰ ਵੀ ਹੁੰਦੀ ਹੈ ਤੇ ਕਈ ਦਿਨ ਕਾਲ ਕੋਠੜੀ ਵਿੱਚ ਬੰਦ ਕੀਤਾ ਜਾਂਦਾ ਹੈ। ਜੇਲ੍ਹ ਅਥਾਰਟੀ ਲਈ ਵੀ ਇਹਨਾਂ ਨੂੰ ਮੈਨੇਜ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ, ਜਿਸ ਕਰਕੇ ਇਹਨਾਂ ਦੀ ਜੇਲ੍ਹ ਬਦਲੀ ਵੀ ਹੁੰਦੀ ਰਹਿੰਦੀ ਹੈ। ਇੱਕ ਵਾਰ ਜੇਲ੍ਹ ਬਦਲੀ ਸਮੇਂ ਇਹਨਾਂ ਨੂੰ ਮੀਆਂ ਵਾਲੀ ਜੇਲ੍ਹ, ਜੋ ਹੁਣ ਪਾਕਿਸਤਾਨ ਪੰਜਾਬ ਵਿੱਚ ਹੈ, ਉੱਥੇ ਭੇਜਿਆ ਜਾਂਦਾ ਹੈ। ਇਸੇ ਜੇਲ੍ਹ ਵਿੱਚ ਊਧਮ ਸਿੰਘ ਦੀ ਮੁਲਾਕਾਤ ਪੰਜਾਬ ਦੇ ਇੱਕ ਹੋਰ ਬੱਬਰ ਸ਼ੇਰ ਨਾਲ ਹੁੰਦੀ ਹੈ ਅਤੇ ਉਹ ਬੱਬਰ ਸ਼ੇਰ ਭਗਤ ਸਿੰਘ ਹੁੰਦੇ ਹਨ। ਭਗਤ ਸਿੰਘ ਇੱਥੇ ਸੌਂਡਰਸ ਦੇ ਕਤਲ ਤੇ ਅਸੈਂਬਲੀ ਵਿੱਚ ਬੰਬ ਸੁੱਟਣ ਦੀ ਸਜ਼ਾ ਕੱਟ ਰਹੇ ਹੁੰਦੇ ਹਨ। ਊਧਮ ਸਿੰਘ ਦੀ ਬਹੁਤ ਥੋੜੇ ਦਿਨਾਂ ਵਿੱਚ ਹੀ ਭਗਤ ਸਿੰਘ ਜੀ ਨਾਲ ਬਹੁਤ ਪੱਕੀ ਦੋਸਤੀ ਹੋ ਜਾਂਦੀ ਹੈ ਅਤੇ ਊਧਮ ਸਿੰਘ ਭਗਤ ਸਿੰਘ ਦੀਆਂ ਗੱਲਾਂ ਅਤੇ ਉਹਨਾਂ ਦੀ ਸੋਚ ਤੋਂ ਇੰਨੇ ਜ਼ਿਆਦਾ ਪ੍ਰਭਾਵਿਤ ਹੁੰਦੇ ਹਨ ਕਿ ਭਗਤ ਸਿੰਘ ਨੂੰ ਆਪਣਾ ਉਸਤਾਦ ਮਤਲਬ ਗੁਰੂ ਮੰਨਣ ਲੱਗ ਜਾਂਦੇ ਹਨ ਤੇ ਹਰ ਵਕਤ ਆਪਣੇ ਪਰਸ ਵਿੱਚ ਭਗਤ ਸਿੰਘ ਦੀ ਫੋਟੋ ਰੱਖਦੇ ਹਨ। ਅਤੇ ਅਕਤੂਬਰ 1931 ਵਿੱਚ ਊਧਮ ਸਿੰਘ ਜੀ ਜੇਲ੍ਹ ਤੋਂ ਬਾਹਰ ਆਉਂਦੇ ਹਨ ਅਤੇ ਆ ਕੇ ਆਪਣਾ ਕੰਮ ਕਰਦੇ ਅਤੇ 1933 ਵਿੱਚ ਇੰਗਲੈਂਡ ਚਲੇ ਜਾਂਦੇ। 7 ਸਾਲ ਇੰਗਲੈਂਡ ਹੀ ਰਹਿੰਦੇ ਹਨ। ਇਸੇ ਸਮੇਂ ਉਹ ਇਟਲੀ, ਫਰਾਂਸ, ਹਾਲੈਂਡ, ਪੋਲੈਂਡ, ਹੰਗਰੀ ਅਤੇ ਜਰਮਨ ਵਰਗੇ ਦੇਸ਼ਾਂ ਦੀ ਯਾਤਰਾ ਵੀ ਕਰਦੇ ਹਨ। ਜਰਮਨ ਤੋਂ ਹੀ ਸੋਵੀਅਤ ਯੂਨੀਅਨ ਵੀ ਜਾਂਦੇ ਹਨ, ਜਿੱਥੇ ਭਾਰਤ ਦੀ ਆਜ਼ਾਦੀ ਲਈ ਲੜਨ ਵਾਲੇ ਕ੍ਰਾਂਤੀਕਾਰੀ ਭਾਰਤ ਵਿੱਚ ਹਥਿਆਰ ਅਤੇ ਕਈ ਹੋਰ ਜ਼ਰੂਰੀ ਸਮਾਨ ਭੇਜਣ ਲਈ ਇੱਕ ਦੂਜੇ ਨਾਲ ਲਿੰਕ ਬਣਾ ਕੇ ਰੱਖਦੇ ਸਨ ਤੇ ਹਥਿਆਰ ਅਤੇ ਹੋਰ ਜ਼ਰੂਰੀ ਸਮਾਨ ਭਾਰਤ ਪੰਜਾਬ ਵਿੱਚ ਭੇਜਦੇ ਰਹਿੰਦੇ। ਤੇ ਊਧਮ ਸਿੰਘ ਨੇ ਆਪਣੇ ਕ੍ਰਾਂਤੀਕਾਰੀ ਦੇ 21 ਸਾਲਾਂ ਵਿੱਚ ਪੂਰੀ ਦੁਨੀਆ ਘੁੰਮਦੇ ਹਨ
ਜਿੱਥੋਂ ਕਈ ਭਾਸ਼ਾ ਸਿੱਖਦੇ ਅਤੇ ਪਹਿਰਾਵਾ ਕੀ ਹੈ ਉਹਨਾਂ ਦੇਸ਼ਾਂ ਦਾ ਉਹ ਵੀ ਦੇਖਦੇ, ਨਾਲ ਹੀ ਨੌਕਰੀਆਂ ਕਰਦੇ ਰਹਿੰਦੇ। ਇਹ ਆਪਣਾ ਨਾਮ ਅਤੇ ਭੇਸ ਬਦਲਣ ਵਿੱਚ ਵੀ ਮਾਹਿਰ ਸਨ। ਕਦੇ ਉਦੇ ਸਿੰਘ, ਕਦੇ ਫ੍ਰਿੰਕ ਬ੍ਰਾਜ਼ੀਲ, ਕਦੇ ਉਦਾਨ ਸਿੰਘ ਤੇ ਇਹਨਾਂ ਦਾ ਆਖਰੀ ਨਾਮ ਮੁਹੰਮਦ ਰਾਮ ਸਿੰਘ ਆਜ਼ਾਦ ਸੀ। ਇਹ ਨਾਮ ਕਦੋਂ ਤੇ ਕਿਉਂ ਰੱਖਿਆ ਇਹ ਵੀ ਸਮਝਦੇ ਹਾਂ। 1940 ਵਿੱਚ ਲੰਡਨ ਕੈਂਗਸਟਨ ਹਾਲ ਵਿੱਚ ਈਸਟ ਇੰਡੀਆ ਅਤੇ ਰਾਇਲ ਸੈਂਟਰ ਸੁਸਾਇਟੀ ਦੀ ਇੱਕ ਮੀਟਿੰਗ ਹੁੰਦੀ ਹੈ। ਇਸ ਮੀਟਿੰਗ ਵਿੱਚ ਊਧਮ ਸਿੰਘ ਮਾਈਕਲ ਉਡਵਾਇਰ ਨੂੰ ਗੋਲੀ ਮਾਰ ਦਿੰਦੇ ਹਨ। ਮਾਈਕਲ ਉਡਵਾਇਰ 1919 ਨੂੰ ਪੰਜਾਬ ਵਿੱਚ ਲੈਫਟੀਨੈਂਟ ਗਵਰਨਰ ਹੁੰਦੇ ਹਨ ਤੇ ਉਹਨਾਂ ਨੂੰ ਲੱਗਦਾ ਸੀ ਕਿ ਪੰਜਾਬ ਵਿੱਚ ਵੀ ਬਹੁਤ ਵੱਡੀ ਬਗਾਵਤ ਸ਼ੁਰੂ ਹੋ ਸਕਦੀ ਹੈ, ਜਿਵੇਂ 1857 ਵਿੱਚ ਹੋਈ ਹੁੰਦੀ ਹੈ, ਜਿਸ ਨੂੰ ਰੋਕਣਾ ਨਾਮੁਮਕਿਨ ਹੋ ਜਾਵੇਗਾ। ਇਸੇ ਗੱਲੋਂ ਡਰਦਿਆਂ ਮਾਈਕਲ ਉਡਵਾਇਰ ਨੇ ਜਲਿਆਂਵਾਲੇ ਬਾਗ ਵਿੱਚ ਗੋਲੀकांड ਕਰਵਾਇਆ। ਉੱਥੇ 1300 ਲੋਕ ਮਾਰੇ, ਜਿਨ੍ਹਾਂ ਵਿੱਚ 799 ਸਰਦਾਰ ਸਿੱਖ ਅਤੇ 501 ਹਿੰਦੂ ਅਤੇ ਮੁਸਲਮਾਨ ਧਰਮ ਦੇ ਲੋਕ ਹੁੰਦੇ ਹਨ। ਇਸ ਤੋਂ ਇਲਾਵਾ ਵੀ ਉਡਵਾਇਰ ਨੇ ਬਹੁਤ ਸਖਤ ਕਾਨੂੰਨ ਲਾਗੂ ਕੀਤੇ ਸਨ, ਜੋ ਆਮ ਲੋਕਾਂ ਤੇ ਕਾਨੂੰਨ ਹੇਠ ਅਤਿਆਚਾਰ ਅਤੇ ਬਹੁਤ ਮਾੜਾ ਵਤੀਰਾ ਕੀਤਾ ਜਾਂਦਾ ਸੀ। ਊਧਮ ਸਿੰਘ ਜੀ ਮਾਈਕਲ ਉਡਵਾਇਰ ਨੂੰ ਮਾਰਨ ਲਈ ਹੀ ਲੰਡਨ ਗਏ ਸਨ। ਕੈਂਗਸਟਨ ਹਾਲ ਦੀ ਮੀਟਿੰਗ ਤੋਂ ਕਈ ਮਹੀਨੇ ਪਹਿਲਾਂ ਊਧਮ ਸਿੰਘ ਜੀ ਉੱਥੇ ਪਹੁੰਚ ਚੁੱਕੇ ਸਨ ਅਤੇ ਪਲਾਨ ਕਰਦੇ ਤੇ ਪੂਰੀ ਤਰ੍ਹਾਂ ਰੇਕੀ ਕਰਦੇ ਹਨ ਅਤੇ ਆਪਣਾ ਹੁਲੀਆ ਵੀ ਬਦਲ ਲੈਂਦੇ। ਪਲਾਨ ਕਰਦੇ ਹਨ ਕਿ ਪਿਸਟਲ ਕਿੱਦਾਂ ਅੰਦਰ ਲੈ ਕੇ ਜਾਣਾ ਹੈ, ਗੋਲੀ ਕਿੱਥੇ ਖੜਾ ਹੋ ਕੇ ਚਲਾਵਾਂਗਾ, ਇਹ ਸਭ ਪਲਾਨ ਕਰਦੇ ਹਨ। ਉਸ ਦਿਨ ਪਿਸਟਲ ਆਪਣੀ ਕਿਤਾਬ ਵਿੱਚ ਲੁਕੋ ਕੇ ਅੰਦਰ ਲੈ ਜਾਂਦੇ ਹਨ। ਅੰਦਰ ਐਂਟਰੀ ਕਰਨ ਤੋਂ ਬਾਅਦ ਜਦੋਂ ਮਾਈਕਲ ਉਡਵਾਇਰ ਆਪਣਾ ਭਾਸ਼ਣ ਦੇ ਰਹੇ ਹੁੰਦੇ ਹਨ, ਭਾਸ਼ਣ ਵਿੱਚ ਉਹ ਹਿਟਲਰ ਬਾਰੇ ਬੋਲਦੇ ਹਨ, ਕਿਉਂਕਿ ਹਿਟਲਰ ਨੇ ਉਸ ਸਮੇਂ ਸਾਰਾ ਯੂਰਪ ਜਿੱਤ ਲਿਆ ਅਤੇ ਹਮਲਾ ਇੰਗਲੈਂਡ ਤੇ ਵੀ ਕਰ ਦਿੱਤਾ, ਜਿਸ ਵਿੱਚ ਬ੍ਰਿਟਿਸ਼ ਗੋਰਿਆਂ ਦਾ ਕਾਫੀ ਨੁਕਸਾਨ ਹੋਇਆ ਹੁੰਦਾ ਹੈ ਅਤੇ ਹੋਰ ਵੀ ਹੋਈ ਜਾਂਦਾ ਹੈ। ਸੈਂਕੜੇ ਫੌਜੀ ਜਵਾਨ ਮਾਰੇ ਜਾਂਦੇ ਹਨ ਅਤੇ ਕਈ ਸੀਨੀਅਰ ਆਫੀਸਰ ਵੀ। ਇਸੇ ਗੱਲ ਤੇ ਉਡਵਾਇਰ ਭਾਸ਼ਣ ਵਿੱਚ ਇੱਕ ਲਾਈਨ ਬੋਲਦੇ ਹਨ ਕਿ ਜਿਸ ਤਰ੍ਹਾਂ ਮੈਂ ਪੰਜਾਬ ਵਿੱਚ ਬਗਾਵਤ ਕਰਨ ਵਾਲਿਆਂ ਨੂੰ ਸਬਕ ਸਿਖਾਇਆ ਸੀ, ਘੇਰ ਕੇ ਗੋਲੀਆਂ ਮਾਰੀਆਂ ਤੇ ਮੌਤ ਦੇ ਘਾਟ ਉਤਾਰਿਆ, ਉਸੇ ਤਰ੍ਹਾਂ ਹਿਟਲਰ ਹੋਣਾ ਦਾ ਹਾਲ ਵੀ ਹੋਵੇਗਾ। ਬਸ ਇਹ ਲਾਈਨ ਉਡਵਾਇਰ ਦੇ ਜੀਵਨ ਦੀ ਬੋਲੀ ਆਖਰੀ ਲਾਈਨ ਸੀ। ਅੰਦਰ ਖੜਾ ਪੰਜਾਬ ਦਾ ਬੱਬਰ ਸ਼ੇਰ ਸਰਦਾਰ ਊਧਮ ਸਿੰਘ ਵੀ ਗਰਜਿਆ, ਕਹਿੰਦਾ ਕਿ ਮੈਂ ਜਲਿਆਂਵਾਲੇ ਬਾਗ ਵਿੱਚ ਸਾਰੇ ਸ਼ਹੀਦ ਹੋਏ ਲੋਕਾਂ ਦਾ ਨੁਮਾਇੰਦਾ ਹਾਂ, ਤੇਰੇ ਉਸ ਘਟੀਆ ਕਰਮ ਦਾ ਫਲ ਦੇਣ ਆਇਆ ਹਾਂ। 21 ਸਾਲ ਤੋਂ ਤੜਫ ਰਿਹਾ ਹਾਂ ਮੈਂ, ਆ ਚੱਕ 21 ਦੇ 31। ਤੇ ਊਧਮ ਸਿੰਘ ਨੇ ਉਡਵਾਇਰ ਨੂੰ ਗੋਲੀਆਂ ਮਾਰ ਮੌਤ ਦੇ ਘਾਟ ਉਤਾਰ ਦਿੱਤਾ, ਆਪਣੇ ਲੋਕਾਂ ਤੇ ਹੋਏ ਅਤਿਆਚਾਰ ਦਾ ਬਦਲਾ ਲਿਆ। ਉਸ ਤੋਂ ਬਾਅਦ ਆਪਣੇ ਆਪ ਨੂੰ ਸਰੈਂਡਰ ਕੀਤਾ। ਫੜਨ ਤੋਂ ਬਾਅਦ ਜਦੋਂ ਨਾਮ ਪੁੱਛਿਆ ਤੇ ਦੱਸਿਆ ਮੈਂ ਮੁਹੰਮਦ ਰਾਮ ਸਿੰਘ ਆਜ਼ਾਦ ਹਾਂ। ਅਰੈਸਟ ਕਰਨ ਤੋਂ ਬਾਅਦ ਜਦੋਂ ਪੁੱਛਿਆ ਕਿ ਇਹ ਕਿਉਂ ਕੀਤਾ ਹੈ, ਇਹਨਾਂ ਨੇ ਜਵਾਬ ਦਿੱਤਾ ਮੈਂ ਇਹ ਸਭ ਇਸ ਲਈ ਕੀਤਾ ਕਿਉਂਕਿ ਮਾਈਕਲ ਉਡਵਾਇਰ ਇਸ ਦੇ ਹੱਕਦਾਰ ਸਨ। ਉਹ ਮੇਰੇ ਦੇਸ਼ ਦੇ ਮੇਰੇ ਆਪਣੇ ਲੋਕਾਂ ਨੂੰ ਮਾਰਨ ਤੋਂ ਬਾਅਦ ਉਹਨਾਂ ਦੀ ਆਤਮਾ ਨੂੰ ਕੁਚਲਣਾ ਚਾਹੁੰਦੇ ਸੀ, ਇਸ ਲਈ ਮੈਂ ਉਹਨਾਂ ਨੂੰ ਹੀ ਕੁਚਲ ਦਿੱਤਾ। ਪੂਰੇ 21 ਸਾਲਾਂ ਤੋਂ ਮੈਂ ਬਦਲਾ ਲੈਣਾ ਚਾਹੁੰਦਾ ਸੀ। ਮੈਨੂੰ ਖੁਸ਼ੀ ਹੈ ਕਿ ਮੈਂ ਆਪਣਾ ਕੰਮ ਕਰ ਲਿਆ। ਮੈਂ ਮੌਤ ਤੋਂ ਨਹੀਂ ਡਰਦਾ, ਮੈਂ ਆਪਣੇ ਦੇਸ਼ ਲਈ ਮਰਨ ਲੱਗਾ ਹਾਂ। ਮੈਨੂੰ ਮੌਤ ਦੀ ਸਜ਼ਾ ਦੀ ਪਰਵਾਹ ਨਹੀਂ, ਮੈਂ ਆਪਣੇ ਇੱਕ ਸੁਪਨੇ ਲਈ ਮਰ ਰਿਹਾ ਹਾਂ। ਅਸੀਂ ਸਾਰੇ ਦੇਸ਼ ਵਾਸੀ ਬ੍ਰਿਟਿਸ਼ ਸਾਮਰਾਜ ਤੋਂ ਪੀੜਤ ਹਾਂ। ਮੈਨੂੰ ਗਰਵ ਹੈ ਕਿ ਮੈਂ ਆਪਣੀ ਜਨਮ ਭੂਮੀ ਨੂੰ ਆਜ਼ਾਦ ਕਰਵਾਉਣ ਲਈ ਮਰ ਰਿਹਾ ਹਾਂ। ਮੈਨੂੰ ਪੂਰਾ ਯਕੀਨ ਹੈ ਜਦੋਂ ਮੈਨੂੰ ਫਾਂਸੀ ਲਗਾ ਦਿੱਤਾ ਜਾਵੇਗਾ ਤਾਂ ਮੇਰੀ ਜਗ੍ਹਾ ਤੇ ਹਜ਼ਾਰਾਂ ਨੌਜਵਾਨ ਆਉਣਗੇ ਅਤੇ ਮੇਰੇ ਦੇਸ਼ ਵਾਸੀ ਭਾਰਤ ਵਿੱਚੋਂ ਗੰਦੇ ਕੁੱਤਿਆਂ ਨੂੰ ਭਜਾਉਣਗੇ। ਆਪਣੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਤੁਹਾਨੂੰ ਭਾਰਤ ਵਿੱਚੋਂ ਸਾਫ਼ ਕਰ ਦਿੱਤਾ ਜਾਵੇਗਾ ਅਤੇ ਤੁਹਾਡਾ ਬ੍ਰਿਟਿਸ਼ ਰਾਜ ਚੂਰ-ਚੂਰ ਕਰ ਦਿੱਤਾ ਜਾਵੇਗਾ। ਮੇਰੇ ਦਿਲ ਵਿੱਚ ਅੰਗਰੇਜ਼ ਲੋਕਾਂ ਖਿਲਾਫ ਕੁਝ ਨਹੀਂ ਹੈ। ਮੈਨੂੰ ਇੰਗਲੈਂਡ ਦੇ ਮਜ਼ਦੂਰਾਂ ਨਾਲ ਬਹੁਤ ਹਮਦਰਦੀ ਹੈ। ਮੈਂ ਸਾਮਰਾਜਵਾਦੀ ਸਰਕਾਰ ਦੇ ਖਿਲਾਫ ਹਾਂ। ਬ੍ਰਿਟਿਸ਼ ਸਾਮਰਾਜਵਾਦੀ ਮੁਰਦਾਬਾਦ। ਇਸ ਤੋਂ ਬਾਅਦ ਪੂਰੇ ਜੋਸ਼ ਨਾਲ ਸਰਦਾਰ ਊਧਮ ਸਿੰਘ ਬੋਲਦੇ ਹਨ, ਇਨਕਲਾਬ ਜ਼ਿੰਦਾਬਾਦ, ਇਨਕਲਾਬ ਜ਼ਿੰਦਾਬਾਦ, ਇਨਕਲਾਬ ਜ਼ਿੰਦਾਬਾਦ। ਮੈਂ
ਮੁਹੰਮਦ ਰਾਮ ਸਿੰਘ ਆਜ਼ਾਦ। ਇਹ ਨਾਮ ਰੱਖਣ ਦਾ ਕਾਰਨ ਇਹ ਹੀ ਸੀ ਕਿ ਉਸ ਨੇ ਸਿੰਬੋਲਿਕ ਤੌਰ ਤੇ ਸਾਰੇ ਕ੍ਰਾਂਤੀਕਾਰੀ ਤੇ ਪਾਰਟੀਆਂ ਦਾ ਧਿਆਨ ਖਿੱਚਣ ਲਈ ਰੱਖਿਆ ਸੀ ਕਿ ਮੈਂ ਇੱਕ ਧਰਮ ਦਾ ਨਹੀਂ ਬਲਕਿ ਸਾਰੇ ਧਰਮਾਂ ਦਾ ਨੁਮਾਇੰਦਾ ਹਾਂ, ਤੇ ਇਸ ਦਾ ਫਾਇਦਾ ਵੀ ਹੋਇਆ। ਭਾਰਤ ਵਿੱਚ ਧਰਮਾਂ ਦੀ ਯੂਨਿਟੀ ਵੀ ਹੋਈ ਤੇ ਸਭ ਨੇ ਇਕੱਠੇ ਹੋ ਕੇ ਆਜ਼ਾਦੀ ਦੀ ਲੜਾਈ ਲੜੀ। ਇਸ ਲਈ ਇਹ ਕਹਿ ਸਕਦੇ ਹਾਂ ਕਿ ਊਧਮ ਸਿੰਘ ਜੀ ਨੇ ਸਿਰਫ ਜ਼ਿਲ੍ਹਿਆਂਵਾਲੇ ਬਾਗ ਦਾ ਬਦਲਾ ਹੀ ਨਹੀਂ ਲਿਆ। ਅਗਰ ਉਡਵਾਇਰ ਤੋਂ ਬਦਲਾ ਹੀ ਲੈਣਾ ਹੁੰਦਾ ਤਾਂ ਉਹ ਉਡਵਾਇਰ ਨੂੰ ਬਹੁਤ ਪਹਿਲਾਂ ਹੀ ਮਾਰ ਦਿੰਦੇ, 21 ਸਾਲ ਨਾ ਲਾਉਂਦੇ। ਬ੍ਰਿਟਿਸ਼ ਦਾ ਵਿਰੋਧ ਹੱਤਿਆ ਕਰਨ ਤੇ ਨਹੀਂ ਹੋ ਸਕਦਾ ਸੀ, ਉਹ ਜਾਣਦੇ ਸਨ। ਤੇ ਫਿਰ ਇਹ ਗੱਲ ਵੀ ਆਉਂਦੀ ਹੈ, ਉਹਨਾਂ ਇਦਾਂ ਕਿਉਂ ਕੀਤਾ, ਕਿਉਂ 21 ਸਾਲ ਦਾ ਲੰਬਾ ਇੰਤਜ਼ਾਰ ਕੀਤਾ, ਇਹ ਵੀ ਜਾਣਦੇ ਹਾਂ। ਕਿਉਂਕਿ ਊਧਮ ਸਿੰਘ ਜੀ ਸੱਚੇ ਕ੍ਰਾਂਤੀਕਾਰੀ ਸਨ, ਕੋਈ ਕਾਤਲ ਨਹੀਂ। ਉਹਨਾਂ ਦਾ ਇਰਾਦਾ ਕਤਲ ਦਾ ਨਹੀਂ, ਬਲਕਿ ਉਹ ਤਾਂ ਗੋਰਿਆਂ ਵਿਰੁੱਧ ਆਪਣਾ ਵਿਰੋਧ ਦਰਸਾਉਣਾ ਚਾਹੁੰਦੇ ਸੀ ਤਾਂ ਜੋ ਸੁੱਤੀ ਹੋਈ ਅੰਗਰੇਜ਼ ਸਰਕਾਰ ਦੀ ਅੱਖ ਖੁੱਲ ਸਕੇ। ਇਸ ਲਈ ਊਧਮ ਸਿੰਘ ਜੀ ਨੇ ਉਸ ਦਿਨ ਉਡਵਾਇਰ ਤੇ ਹੀ ਗੋਲੀ ਨਹੀਂ ਚਲਾਈ, ਬਲਕਿ ਸੈਕਟਰੀ ਆਫ ਸਟੇਟ ਇੰਡੀਆ ਤੇ ਫਾਰਮਲ ਗਵਰਨਰ ਆਫ ਬੰਗਾਲ, ਫਾਰਮਲ ਗਵਰਨਰ ਆਫ ਬੰਬੇ ਲਾਰਡ ਲਮੇਟਨ ਅਤੇ ਫਾਰਮਲ ਗਵਰਨਰ ਆਫ ਪੰਜਾਬ ਲੂਈ ਡੀਨ ਵੀ ਉੱਥੇ ਮੌਜੂਦ ਸਨ। ਉਹਨਾਂ ਤੇ ਵੀ ਊਧਮ ਸਿੰਘ ਜੀ ਨੇ ਗੋਲੀਆਂ ਚਲਾਈਆਂ। ਕ੍ਰਾਂਤੀਕਾਰੀ ਸਿਰਫ ਸਿੰਬੋਲਿਕ ਐਕਸ਼ਨ ਕਰਦੇ ਹਨ ਆਪਣਾ ਵਿਰੋਧ ਦਰਜ ਕਰਾਉਣ ਲਈ, ਜਿੱਦਾਂ ਭਗਤ ਸਿੰਘ ਜੀ ਕਰਦੇ ਸਨ ਅਸੈਂਬਲੀ ਵਿੱਚ ਬੰਬ ਸੁੱਟ ਕੇ। ਉਸੇ ਤਰ੍ਹਾਂ ਊਧਮ ਸਿੰਘ ਜੀ ਦਾ ਐਕਸ਼ਨ ਸਿੰਬੋਲਿਕ ਸੀ, ਇੱਕ ਵੱਡੇ ਮਕਸਦ ਲਈ, ਅੰਗਰੇਜ਼ ਰਾਜ ਦੀ ਜੜ ਪੁੱਟਣ ਲਈ। ਇਸ ਤੋਂ ਉਹ ਲੋਕਾਂ ਦਾ ਧਿਆਨ ਬ੍ਰਿਟਿਸ਼ ਕਲੋਨੀਅਲ ਰੂਲ ਈਵਲ ਐਕਸ਼ਨ ਵੱਲ ਲੈ ਕੇ ਜਾਣਾ ਚਾਹੁੰਦੇ ਸਨ। ਇਹ ਹੀ ਵਜ੍ਹਾ ਹੁੰਦੀ ਹੈ ਊਧਮ ਸਿੰਘ ਭਗਤ ਸਿੰਘ ਵਾਂਗ ਆਪਣੇ ਟ੍ਰਾਇਲ ਨੂੰ ਵਰਤ ਕੇ ਲੋਕਾਂ ਨੂੰ ਆਜ਼ਾਦ ਵਿਚਾਰਾਂ ਵੱਲ ਲਿਜਾਣਾ ਚਾਹੁੰਦੇ ਸਨ। ਇਸੇ ਗੱਲ ਤੋਂ ਡਰਦਿਆਂ ਗੋਰੀ ਸਰਕਾਰ ਨੇ ਬਹੁਤ ਜਲਦੀ ਟ੍ਰਾਇਲ ਖਤਮ ਕਰ ਦਿੱਤਾ ਅਤੇ ਫਾਂਸੀ ਦੀ ਸਜ਼ਾ ਸੁਣਾ ਦਿੱਤੀ। ਜੂਨ 1940 ਨੂੰ ਟ੍ਰਾਇਲ ਸ਼ੁਰੂ ਹੁੰਦਾ ਹੈ ਤੇ ਜੂਨ ਮਹੀਨੇ ਵਿੱਚ ਹੀ ਖਤਮ ਕਰ ਦਿੱਤਾ ਜਾਂਦਾ ਹੈ ਤੇ 31 ਜੁਲਾਈ 1940 ਨੂੰ ਫਾਂਸੀ ਲਗਾ ਦਿੱਤੀ ਜਾਂਦੀ ਹੈ। ਅੰਗਰੇਜ਼ ਸਰਕਾਰ ਨਹੀਂ ਚਾਹੁੰਦੀ ਸੀ ਕਿ ਊਧਮ ਸਿੰਘ ਦੀ ਸੋਚ ਲੋਕਾਂ ਤੱਕ ਪਹੁੰਚੇ ਤੇ 31 ਜੁਲਾਈ 1940 ਨੂੰ ਪੰਜਾਬ ਦਾ ਬੱਬਰ ਸ਼ੇਰ ਸਰਦਾਰ ਊਧਮ ਸਿੰਘ ਆਪਣੇ ਦੇਸ਼ ਲਈ ਕੁਰਬਾਨ ਹੋ ਗਿਆ। ਪਰ ਗੋਰੀ ਸਰਕਾਰ ਉਹਨਾਂ ਦੇ ਸੁਪਨਿਆਂ ਤੇ ਸੋਚ ਨੂੰ ਨਾ ਰੋਕ ਸਕੇ ਤੇ ਇੱਕ ਤੂਫਾਨ ਉੱਠਿਆ, ਜਿਸ ਤੂਫਾਨ ਨੇ ਅੰਗਰੇਜ਼ਾਂ ਦੀਆਂ ਜੜ੍ਹਾਂ ਭਾਰਤ ਵਿੱਚੋਂ ਸਦਾ ਲਈ ਪੱਟ ਸੁੱਟੀਆਂ, ਦੇਸ਼ ਵਿੱਚੋਂ ਕੱਢ ਕੇ ਬਾਹਰ ਸਿੱਟੇ। ਇਹ ਸੀ ਸ਼ਹੀਦ ਊਧਮ ਸਿੰਘ ਜੀ ਦੇ ਕ੍ਰਾਂਤੀਕਾਰੀ ਸਫ਼ਰ ਅਤੇ ਜ਼ਿੰਦਗੀ ਦੀ ਕਹਾਣੀ। ਆਸ ਕਰਦਾ ਹਾਂ ਤੁਹਾਨੂੰ ਪਸੰਦ ਆਈ ਹੋਵੇਗੀ। ਚੰਗੀ ਲੱਗੇ ਤਾਂ ਆਪਣਾ ਚੈਨਲ ਸਮਝ ਕੇ ਸ਼ੇਅਰ ਕਰ ਦੇਣਾ, ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਆਪਣੇ ਦੋਸਤਾਂ ਤੱਕ ਵੀ ਪਹੁੰਚਾ ਦੇਣਾ। ਮਿਹਰਬਾਨੀ, ਬਹੁਤ ਬਹੁਤ ਧੰਨਵਾਦ। ਮਿਲਦੇ ਹਾਂ ਕਿਸੇ ਹੋਰ ਨਵੀਂ ਕਹਾਣੀ ਨਾਲ ਬਹੁਤ ਜਲਦੀ।